Good morning class, good morning everyone. I hope you all are doing great बेटा जी. So ਆਪਣੀ ਜਿਹੜੀ ਹੈ 16 days ਤੱਕ ਆਪਣੀ comprehension ਹੋ ਚੁੱਕੀ ਸੀ. I hope ਕਿ ਤੁਹਾਨੂੰ ਉਹਦੇ ਵਿੱਚ ਕਿਸੇ ਵੀ ਬੱਚੇ ਨੂੰ ਕੋਈ ਡਾਊਟ ਨਹੀਂ ਰਹੇਗਾ. Then ਇੱਕ ਵਾਰੀ ਕਲਾਸ ਦਾ ਲਿੰਕ ਸ਼ੇਅਰ ਕਰ ਦਿਓ ਆਪਣੇ ਫਰੈਂਡ ਸਰਕਲ ਦੇ ਵਿੱਚ. Then ਆਪਾਂ day 17 ਡਿਸਕਸ ਕਰਦੇ ਹਾਂ comprehension ਦਾ. ਉਸ ਤੋਂ ਪਹਿਲਾਂ ਬੇਟਾ ਛੋਟੀ ਜਿਹੀ ਇਨਫੋਰਮੇਸ਼ਨ ਜੋ ਬੇਸਿਕ ਹੈ ਰਿਗਾਰਡਿੰਗ ਬੈਚ, ਓਨਲੀ ਸਿਲੇਬਸ ਬੈਚ ਜਾਂ ਫਿਰ ਫੁੱਲ ਪੈਕੇਜ ਬੈਚ ਜੇਕਰ ਤੁਸੀਂ ਬਾਏ ਕਰਨਾ ਚਾਹ ਰਹੇ ਹੋ ਤਾਂ ਅਕੋਰਡਿੰਗ ਟੂ ਯਰ ਨੀਡ ਤੁਸੀਂ ਦੇਖ ਲੈਣਾ ਕਿਹੜਾ ਬੈਚ ਤੁਹਾਨੂੰ ਬੈਸਟ ਲੱਗਦਾ ਹੈ. ਅਕੋਰਡਿੰਗ ਟੂ ਪ੍ਰਾਈਸ ਰੇਟ ਤੁਸੀਂ ਇਹਨਾਂ ਨੂੰ ਬਾਏ ਕਰ ਸਕਦੇ ਹੋ. ਬਾਕੀ ਕਲਾਸਿਸ ਦਾ ਆਪਣਾ ਸਕੇਡਿਊਲ ਹੈ ਜੋ ਆਪਣੀ ਮਾਰਨਿੰਗ ਨੂਨ ਤੇ ਈਵਨਿੰਗ ਕਲਾਸਿਸ ਲੱਗਦੀਆਂ ਨੇ ਜਿਹੜੀ ਕਿ ਹਰ ਇੱਕ ਟੀਚਰ ਤੁਹਾਡੇ ਲਈ ਕਾਫੀ ਐਫਰਟਸ ਕਾਫੀ ਮਿਹਨਤ ਕਰਕੇ ਇਹਨਾਂ ਕਲਾਸਿਸ ਨੂੰ ਲਗਾ ਰਿਹਾ. ਸੋ ਡੈਫੀਨੇਟਲੀ ਤੁਸੀਂ ਦੇਖਣਾ ਕਿਉਂਕਿ ਮੈਕਸਿਮਮ ਸਟੂਡੈਂਟਸ ਨੇ ਕਾਫੀ ਅੱਛਾ ਪ੍ਰੋਗਰੈਸ ਹੁਣ ਤੱਕ ਕਰ ਚੁੱਕੇ ਨੇ. ਸੀਟੈਟ ਪੇਪਰ ਦੇਣ ਤੋਂ ਬਾਅਦ ਇੱਕ ਕਾਫੀ ਅੱਛਾ ਕੌਨਫੀਡੈਂਸ ਬਿਲਡ ਹੋ ਚੁੱਕਿਆ. ਠੀਕ ਹੈ, ਚਲੋ ਕਰਦੇ ਹਾਂ ਸਟਾਰਟ ਆਪਣਾ ਅੱਜ ਦਾ ਪੈਸੇਜ. ਉਹਦੇ ਤੋਂ ਪਹਿਲਾਂ ਚਲੋ ਅੱਜ ਪੜ੍ਹ ਹੀ ਲੈਂਦੇ ਹਾਂ. ਹੁਣ ਤੁਸੀਂ ਕਹੋਗੇ ਮੈਮ ਇਹ ਪੜ੍ਹਨਾ ਹੈ ਪਹਿਲਾਂ ਕਿ ਕੁਐਸਚਨਸ ਕਰਨੇ, ਬੇਟਾ ਟੋਟਲੀ ਅਪ ਟੂ ਯੂ ਹੈ, ਜਿਵੇਂ ਵੀ ਤੁਹਾਡੀ ਪ੍ਰੈਫਰੈਂਸ ਹੈ, ਜਿਵੇਂ ਤੁਹਾਡੀ ਕਮਾਂਡ ਅੱਛੀ ਬਣ ਰਹੀ. ਠੀਕ ਹੈ, ਵੈਨ ਬਿਲਡਿੰਗ ਅ ਫਾਇਰ, ਮੈਂ ਥੋੜਾ ਸਾਈਡ ਹੋ ਕੇ ਪੜਾਂਗੀ ਤਾਂ ਕਿ ਤੁਹਾਨੂੰ ਦਿੱਕਤ ਨਾ ਆਏ. ਵੈਨ ਬਿਲਡਿੰਗ ਅ ਫਾਇਰ ਯੂ ਸ਼ੁਡ ਆਲਵੇਜ਼ ਕੰਸੀਡਰ ਦ ਟਾਈਪ ਆਫ ਵੁੱਡ ਯੂ ਵਾਂਟ ਟੂ ਯੂਜ਼. ਠੀਕ ਹੈ, ਜਦੋਂ ਵੀ ਲੱਕੜ ਦੀ ਗੱਲ ਕਰਦੇ ਹੋ ਤੁਹਾਨੂੰ ਪਤਾ ਹੋਣਾ ਚਾਹੀਦਾ ਕਿਹੜੀ ਲੱਕੜ ਤੁਸੀਂ ਸਿਲੈਕਟ ਕਰਨੀ ਹੈ. ਠੀਕ ਹੈ, ਦੇਅਰ ਆਰ ਮੈਨੀ ਡਿਫਰੈਂਟ ਟਾਈਪਸ ਆਫ ਵੁੱਡ, ਕਾਫੀ ਸਾਰੀਆਂ ਵੁੱਡਸ ਹੁੰਦੀਆਂ ਨੇ ਅਲੱਗ-ਅਲੱਗ ਤਰ੍ਹਾਂ ਦੀਆਂ. ਐਂਡ ਨੋਟ ਆਲ ਆਫ them burn in the same way. ਹੁਣ ਜਦੋਂ ਉਹਨਾਂ ਨੂੰ ਲੱਕੜ ਨੂੰ ਬਾਲਣਾ ਤਾਂ ਸਾਰੀਆਂ ਸੇਮ ਵੇ ਦੇ ਨਾਲ ਨਹੀਂ ਬਲਣਗੀਆਂ. ਦੇਅਰ ਆਰ ਟੂ ਮੇਨ ਟਾਈਪਸ ਆਫ ਵੁੱਡ, ਸੌਫਟ ਵੁੱਡ ਐਂਡ ਹਾਰਡ ਵੁੱਡ. ਯਾਦ ਰੱਖਿਆ ਜੇ ਮੇ ਬੀ ਕੁਐਸਚਨ ਬਣ ਸਕਦਾ ਹੈ ਕਿ ਕਿੰਨੇ ਤਰ੍ਹਾਂ ਦੀ ਵੁੱਡ ਇਹਦੇ ਵਿੱਚ ਗੱਲ ਹੋਈ ਹੈ, ਸੌਫਟ ਵੁੱਡ ਤੇ ਹਾਰਡ ਵੁੱਡ. ਹੁਣ ਸੌਫਟ ਵੁੱਡ ਨੂੰ ਅੱਗੋਂ ਐਕਸਪਲੇਨ ਕਰਿਆ ਹੋਇਆ ਹੈ. ਸੌਫਟ ਵੁੱਡ ਲਾਈਕ ਫਰ ਐਂਡ ਪਾਈਨ are great for new fire builders to use. They are easy to split into pieces for kindling. ਮਤਲਬ ਸਪਲਿਟ ਦਾ ਮਤਲਬ ਹੁੰਦਾ ਛੋਟੇ ਛੋਟੇ ਪਾਰਟੀਕਲਸ ਦੇ ਵਿੱਚ ਤੋੜਨਾ, ਜਿਵੇਂ ਆਪਾਂ ਚੰਕਸ ਦੇ ਵਿੱਚ ਗੱਲ ਕਰਦੇ ਹਾਂ, ਮਤਲਬ ਉਹਨੂੰ ਛੋਟੇ ਲਿਟਲ ਪੀਸਿਸ ਤੇ ਤੋੜੋਗੇ. They catch fire easily and produce a wonderful holiday aroma with they burn. ਮਤਲਬ ਇੱਕ ਤਾਂ ਅੱਗ ਜਲਦੀ ਪਕੜ ਲੈਂਦੀ ਹੈ ਤੇ ਇੱਕ ਹੁੰਦੀ ਜਿਹੜੀ ਫ੍ਰੈਗਨੈਂਸ ਅਰੋਮਾ, ਇੱਕ ਅੱਛਾ ਇਨਵਾਇਰਮੈਂਟਸ ਜਿਵੇਂ ਅਗਰਬੱਤੀ ਦੇਖੇ ਹੁੰਦੇ ਨਾ ਉਸੇ ਤਰ੍ਹਾਂ ਅੱਛਾ ਅਰੋਮਾ ਕਲੀਅਰ ਹੋ ਜਾਂਦਾ ਕ੍ਰੀਏਟ ਜਦੋਂ ਵੀ ਉਹਨੂੰ ਬਾਲਦੇ ਆ. These fires burn big and bright and are also easy to maintain. ਇਹਨਾਂ ਨੂੰ ਸਾਂਭ ਸੰਭਾਲ ਈਜ਼ੀ ਕਰ ਸਕਦੇ ਹਾਂ. Although softwoods are great for many reasons, they do have some disadvantage. Although ਤੇ ਯਾਦ ਰੱਖਿਆ ਜੀ ਹਮੇਸ਼ਾ ਸਟਰਕਚਰ ਕੀ ਹੁੰਦੀ ਹੈ, ਹਾਲਾਂਕਿ ਫਿਰ ਵੀ ਭਾਵੇਂ ਉਹਦੇ ਪਲੱਸ ਪੁਆਇੰਟ ਨੇ ਬਟ ਫਿਰ ਵੀ ਉਹਦੇ ਕੀ ਨੇ ਕੁਛ ਡੀਮੈਰਿਟਸ. Softwoods burn quickly, ਬੜੀ ਜਲਦੀ ਅੱਗ ਪਕੜ ਲੈਂਦਾ ਹੈ. This means you need to use a lot of wood to keep the fire going. ਮਤਲਬ ਜੇ ਜਲਦੀ ਅੱਗ ਲੱਗ ਜਾਂਦੀ ਹੈ, ਜਿਵੇਂ ਆਪਾਂ ਦੇਖਿਆ ਹੋਏਗਾ ਲੱਕੜ ਬਾਲਦੇ ਆ, ਜੋ ਜਲਦੀ ਖਤਮ ਹੋ ਗਈ ਇਟ ਮੀਨਸ ਤੁਹਾਨੂੰ ਮੈਕਸਿਮਮ ਹੋਰ ਲੱਕੜ ਯੂਜ਼ ਕਰਨੀ ਪਏਗੀ. ਦੇ ਆਲਸੋ ਡੂ ਨਾਟ ਬਰਨ ਵੈਰੀ ਹੌਟ. ਠੀਕ ਹੈ, ਨਾਟ ਨੀਅਰਲੀ ਐਜ਼ ਹੌਟ ਐਜ਼ ਹਾਰਡਵੁੱਡ ਬਰਨ. ਹੁਣ ਇੱਥੋਂ ਕੁਐਸਚਨ ਚੇਂਜ ਹੋ ਸਕਦਾ ਹੈ, ਕੰਪੈਰੀਜ਼ਨ ਦੇ ਵਿੱਚ ਕੁਐਸਚਨ ਬਣ ਸਕਦਾ ਸੌਫਟਵੁੱਡ ਤੇ ਹਾਰਡਵੁੱਡ ਦਾ. ਦੁਬਾਰਾ ਪੜ੍ਹ ਲਓ. ਦੇ ਆਲਸੋ ਡੂ ਨਾਟ ਬਰਨ ਵੈਰੀ ਹੌਟ, ਨਾਟ ਨੀਅਰਲੀ ਐਜ਼ ਹੌਟ ਐਜ਼ ਹਾਰਡਵੁੱਡ ਬਰਨ. This means the woods need to be completely dry. ਹੁਣ ਤੁਹਾਨੂੰ ਜਿਹੜੀ ਲੱਕੜ ਚਾਹੀਦੀ ਹੈ ਨਾ ਸੁੱਕੀਆਂ ਚਾਹੀਦੀਆਂ ਨੇ. If not, it will not burn well. ਜੇਕਰ ਐਵੇਂ ਦਾ ਨਹੀਂ ਹੈ, ਲੱਕੜ ਸੁੱਕੀ ਨਹੀਂ ਹੈ ਤਾਂ ਪ੍ਰੋਪਰ ਨਹੀਂ ਚੱਲੇਗੀ. Finally, softwoods do not produce long-lasting coals. This means you will probably have to rebuild your fire in the morning should it burn out overnight. ठीक है, हार्डवुड्स लाइक ओक, वैलनट एंड मैड्रोन आर गुड फॉर मोर एक्सपीरियंस फायर बिल्डर टू यूज. ਹੁਣ ਇੱਥੇ ਐਗਜ਼ਾਮਪਲਸ ਦਿੱਤੀਆਂ ਹੋਈਆਂ ਨੇ ਹਾਰਡਵੁੱਡ ਦੀਆਂ ਕਿਹੜੀ ਕਿਹੜੀ ਯੂਜ਼ ਹੋ ਸਕਦੀਆਂ ਨੇ. ਆਈ ਹੋਪ ਕਿ ਇੰਨੀ ਗੱਲ ਕਲੀਅਰ ਹੋ ਗਈ ਹੋਏਗੀ. ਬਿਲਕੁਲ ਬੇਸਿਕ ਜਿਹੀਆਂ ਗੱਲਾਂ ਕਰੀਆਂ ਹੋਈਆਂ ਨੇ. ਓ ਨੋ ਜਸਟ ਵੇਟ ਬੈਕ ਐਨੀਮੇਸ਼ਨ. ਹਾਂ, ਸੈਕਿੰਡ ਪੈਸੇਜ ਦੀ ਗੱਲ ਕਰਦੇ ਹਾਂ. ਦੇ ਬਰਨ ਵੈਰੀ ਹੌਟ. ਹੁਣ ਦੇ ਦਾ ਮਤਲਬ ਕਿੰਦੀ ਗੱਲ ਕਰੇਗੀ ਹੈ, ਹਾਰਡਵੁੱਡਸ ਦੀ. ਠੀਕ ਹੈ, ਦੇ ਬਰਨ ਵੈਰੀ ਹੌਟ and can reach temperature up to 1000 degree Fahrenheit. They produce a fantastic crackling sound while they burn. ਜਦੋਂ ਵੀ ਹੁਣ ਤੁਸੀਂ ਦੇਖੇ ਪੌਪ ਸਾਊਂਡ ਸੁਣੀ ਹੋਏਗੀ EVS ਵਾਲੇ ਬੱਚਿਆਂ ਨੇ, ਸਾਇੰਸ ਵਾਲੇ ਬੱਚਿਆਂ ਨੇ, ਉਸੇ ਤਰ੍ਹਾਂ ਕਹਿ ਰਹੇ ਨੇ ਜਦੋਂ ਇਹ ਬਲਦੇ ਨਾ ਤਾਂ crackling sound ਆਉਂਦੀ ਹੈ. Hardwood fires are great to have during cold winter nights because they do not burn out coarsely. ਮਤਲਬ ਜ਼ਿਆਦਾ ਇੱਕ ਤਾਂ ਕੋਲ ਨਹੀਂ ਪ੍ਰੋਡਿਊਸ ਕਰਦਾ ਤੇ ਨਾ ਹੀ ਜ਼ਿਆਦਾ ਉਹ ਕੀ ਹੈ ਮਤਲਬ ਵਿੰਟਰ ਦੇ ਵਿੱਚ ਇਹਨਾਂ ਨੂੰ ਬਾਲਣ ਲਈ ਬੈਸਟ, ਜਲਦੀ ਖਤਮ ਨਹੀਂ ਹੁੰਦੀਆਂ. They also produce a long lasting coals. ਉਹੀ ਆ ਗਿਆ, ਜ਼ਿਆਦਾ ਬਲਦੇ ਨਹੀਂ. This means that
you do not have to rebuild your fire in the morning should it burn out overnight। मतलब ਸਾਰੀ ਰਾਤ ਜੇਕਰ ਤੁਸੀਂ ਇਹਨਾਂ ਲੱਕੜਾਂ ਨੂੰ ਬਾਲ ਦੋ ਤਾਂ ਸਾਰੀ ਰਾਤ ਇਹ ਚਲਦੀਆਂ ਰਹਿੰਦੀਆਂ, ਤੁਹਾਨੂੰ ਚੇਂਜ ਕਰਨ ਦੀ ਜ਼ਿਆਦਾ ਜ਼ਰੂਰਤ ਨਹੀਂ ਪੈਂਦੀ। you simply have to put more woods on the coals, ਤੁਸੀਂ ਹੋਰ ਉੱਪਰੋਂ ਪਾ ਸਕਦੇ ਹੋ ਥੋੜੀ ਬਹੁਤ, and your fire will begin again in a minutes, ਬੜੀ ਜਲਦੀ ਅੱਗ ਪਕੜ ਲੈਂਦੀਆਂ ਨੇ। although hardwoods are great for many reasons, they do have some disadvantage। ਉਸੇ ਤਰ੍ਹਾਂ ਸੇਮ ਲਾਈਨ ਲਿਖੀ ਜਿਵੇਂ softwood ਦੀ ਲਿਖੀ ਸੀ ਉਵੇਂ hardwood ਦੀ। hardwoods are tough to split, मतलब ਇਹਨਾਂ ਨੂੰ ਤੋੜਨਾ ਔਖਾ ਹੋ ਜਾਂਦਾ ਹੈ, ठीक है, एंड दे डू नॉट कैच फायर ईजली, जल्दी अग नहीं पकड़दियां। हुण तुसीं कहोगे मैम उपर तो लिखिया सी अग पकड़ लैंदी, बट बेटा उत्थे बलदी हुई अग दे उपर लक्कड़ पाओगे तो डेफिनेटली वो बल जाएगी, बट नॉर्मल बिल्कुल शुरुआत तो पाना भी फिर औखा होएगा। दे आर ऑल्सो मोर एक्सपेंसिव दैन सॉफ्टवुड। हुण महंगियां कौन ने? हार्डवुड्स। As you can see, it is important to think clearly about the type of wood you use to make your fire। हुण तुहानूं क्लीयर हो गया सॉफ्टवुड दे फायदे ते हार्डवुड दे। And remember that no matter what kind of wood you choose to burn, one thing never change। किहड़ी चीज़ नहीं बदल सकती, जिहड़ी मर्जी तुसीं लक्कड़ ले लो। You should always wait 1 year after cutting a piece of wood to burn it। मतलब तुहानूं लक्कड़ नूं पहला उगाना पएगा, जिवें आपां कहने पेड़ उगाने पैणगे, उनदी गल करदे आ। This ensures that the wood is completely dry। बस इन्हां चीज़ां दा ध्यान रखना है, चाहे वो हार्डवुड है चाहे वो सॉफ्टवुड, कि लक्कड़ तुहाडी सुक्की होनी चाहिदी है तां ही वो बलेगी। इज इट क्लीयर? चलो हुण आंसर करो अकॉर्डिंग टू फर्स्ट ऑप्शन। वो कह रहे हैं एज यूज इन द पैराग्राफ द वर्ड कंसीडर मोस्ट नियरली मीन्स। कंसीडर का मतलब की हुंदा है? परचेज, डिसाइड अपॉन, लुक क्लोजली एट या थिंक केयरफुली अबाउट। सो हियर डी विल बी राइट आंसर। ठीक है, कंसीडर मतलब ध्यान देना, थिंक केयरफुली अबाउट। एलिमिनेशन लगा लिया करो बेटा, सीधा आंसर है। लुक क्लोजली एट नहीं आएगा, डिसाइड अपॉन नहीं आएगा, परचेज नहीं आएगा, थिंक क्लियरली अबाउट। हियर डी विल बी राइट आंसर। नहीं यकीन तो फर्स्ट लाइन पढ़ के देख लो। When building a fire you should always consider the type of wood you want to use। Think clearly about, तुहानूं पता होना चाहिए कि किहड़ी तुसीं लक्कड़ प्रेफर करनी है यूज करन टाइम। ठीक है, which word in the passage is then antonym of greenhorn। greenhorn ਦੀ ਜੇਕਰ ਆਪਾਂ ਬੇਟਾ ਗੱਲ ਕਰੀਏ, ਉਹ ਪੁੱਛ ਰਹੇ ਨੇ ਐਂਟੋਨਮ ਦੱਸਣਾ ਹੈ, ਤਾਂ ਪਹਿਲਾਂ ਤੁਹਾਨੂੰ ਇਹਦਾ ਪੋਜ਼ਿਟਿਵ ਟਰਮ ਪਤਾ ਹੋਣੀ ਚਾਹੀਦੀ ਹੈ। ਠੀਕ ਹੈ, ਜਿਨ੍ਹਾਂ ਨੂੰ ਕੋਈ ਐਕਸਪੀਰੀਅੰਸ ਨਹੀਂ ਹੁੰਦਾ ਨਾ, ਜਾਂ ਬਿਲਕੁਲ ਆਪਾਂ ਇਹ ਕਹਿੰਦੇ ਨੇ ਸਟਾਰਟਿੰਗ ਸਟੇਜ ਤੇ ਹੁੰਦੇ ਨੇ, ਲੈਕ ਆਫ ਐਕਸਪੀਰੀਅੰਸ, ਉਹਨਾਂ ਲਈ ਵਰਡ ਯੂਜ਼ ਹੁੰਦਾ ਜਾਂ ਬਿਗਿਨਰ। ਠੀਕ ਹੈ, ਬਿਗਿਨਰ ਔਰ ਲੈਕ ਆਫ एक्सपीरियंस, उनके लिए आप यूज करते हैं। फिर इट मीनस एंड द राइट आंसर क्या आ जाएगा? एंटोनिम पूछे ऑपोजिट, एंड द राइट आंसर एक्सपीरियंस आ जाएगा। ठीक है, हियर ए विल बी राइट आंसर। क्वेश्चन नंबर 3, अकॉर्डिंग टू ऑथर सॉफ्टवुड। हुण देखो सॉफ्टवुड की करैक्टरिस्टिक पूछी है, दे आर ईजी टू स्प्लिट, मैं हुणे करवाया, बिल्कुल ठीक है, बड़ी जल्दी इन्होंने टुकड़ियां में कट सकते हैं। प्रोड्यूस अ वंडरफुल एरोमा भी आप पढ़िया सी, बर्न फास्ट ये भी पढ़िया सी। इट मीनस तीनों ही आ जाएंगे 1, 2 एंड 3। है डी विल बी राइट आंसर। बस ये फायदा होंगे जेकर तुसीं पहला पैसेज बड़े आराम नाल डीपली पढ़ लिया, बाद दे विच तुहानूं समझना सौखा हो जाता है। ठीक है बेटा, 22 फैब नूं सॉरी अपना एक जिहड़ा फ्री ऑफ कॉस्ट मॉक टेस्ट कंडक्ट करवाया जा रहा है। एड्रैस तुहाडे सामने गिवन है, स्ट्रीट नंबर 11 अजीत रोड बठिंडा। बस इन्ना एक गल का ध्यान रखना, मॉक टेस्ट की कोई भी रजिस्ट्रेशन नहीं है, तुसीं ऑन डेट अकैडमी में आके भी मॉक टेस्ट दे सकते हो। ठीक है, बहुत ही बेनीफिशियल रहने वाला है। बाकी इन केस जेकर किसी बच्चे ने कॉम्बो सेट्स बुक्स का बाय नहीं कराया, अपनी प्रैफरेंस के अकॉर्डिंग तुसीं इन्हां नूं बाय कर सकते हो। क्वेश्चन नंबर 4 कह रही है सॉफ्टवुड बर्न क्विकली। The word quickly in the sentence has been used as। हुण मैं तुहानूं दस्सिया सी मैक्सिमम ly वाली टर्म्स की हुंदियां ने, एडवर्ब हुंदियां ने, बाकी जिहड़े वर्ब नूं मॉडिफाई करदियां ने, सॉफ्टवुड बर्न्स क्विकली, बड़ी जल्दी अग पकड़ लैंदियां ने, तां उहनूं भी आपां की कह लांगे एडवर्ब। हियर ए विल बी राइट आंसर। क्वेश्चन नंबर 5 देखो, मैं हार्डली मैनूं लगदा 3 के 4 मिनट दे विच 4-5 क्वेश्चन करा दित्ते। दैट्स द रीजन कि तुहानूं अंडरस्टैंडिंग एक बारी जरूरी है कॉम्प्रीहेंशन दे प्रति। Marjorie lives in a Maine where they have long cold winter nights। She wants to make a fire that will not burn out easily। Which type of firewood should Marjorie use to make her fire? हुण देखो इनू ना थोड़ा क्रिएट कराएगा, पैसेज दे विचों क्वेश्चन वुड वाला बनाया, बट इत्थे 2 परसन जिहड़े नाम लिते गए ने, और सॉरी 1 परसन का नाम लिता गया जिहड़ी जगह ते रह रहा है, ਤਾਂ ਉਹ ਚੇਂजेस ਕੀਤੀਆਂ ਗਈਆਂ ਨੇ, मतलब इमेजिनरी क्वेश्चन बनाया। दसो ओक, वॉलनट, मैड्रोन, की राइट आंसर आएगा? ਆਪਾਂ ਕਿੰਨੇ ਵਿੱਚ ਇਹਦੇ ਵਿੱਚ ਜਿਹੜੀ ਗੱਲ ਕੀਤੀ ਸੀ, ਤਿੰਨਾਂ ਦੀ ਗੱਲ ਕਰੀਏ, ਆ ਦੇਖ ਲਓ, ਨਾਲੇ ਕੋਲਡ ਡੇਜ਼ ਦੀ ਗੱਲ ਹੋਈ ਹੈ, ਸਿੱਧੀ ਸਿੱਧੀ ਲਾਈਨ ਲਿਖੀ ਹੋਈ ਸੀ ਲਾਸਟ, ਮੈਨੂੰ ਇਹਨਾਂ ਵੀ ਯਾਦ, ਲਾਸਟ ਤੇ ਲਿਖੀ ਹੋਈ ਹੈ ਫਸਟ ਪੈਸੇਜ ਦੇ, ओक, वॉलनट एंड मैड्रोन।
good for more experienced fire builder to use. So here केड़ा right option बनेगा बेटा? Question number D, fifth दा D right answer बनेगा. तिन्ना दी ही गल हुई है. Clear है? Easy ना? चलो क्वेश्चन नंबर 6th. In paragraph 3 and 5, the author discusses the respective disadvantage of both softwood and hardwood. Based on its use in the passage, it can be understood that the word disadvantage belongs to. देखियो इन्ना ਵੱਡਾ ਲਿਖਿਆ ਸਿੱਧਾ ਪੁੱਛ ਲੈਂਦੇ ਕਿ ਡਿਸਐਡਵਾਂਟੇਜ ਦਾ ਮਤਲਬ ਕੀ ਹੁੰਦਾ ਹੈ. ਉਹ ਕਹਿ ਰਹੇ ਨੇ ਕਿ ਤੁਸੀਂ ਪੈਸੇਜ ਦੇ ਵਿੱਚ ਪੜ੍ਹ ਕੇ ਆਏ ਹੋ ਸੌਫਟਵੁੱਡ ਤੇ ਹਾਰਡਵੁੱਡ ਦੇ ਡਿਸਐਡਵਾਂਟੇਜ. ਸੋ ਉਹਦਾ ਮਤਲਬ ਕੀ ਹੈ? ਬੈਨੀਫਿਟ ਤੁਹਾਡੇ ਨੇ ਟਾਈਪਸ ਨਹੀਂ ਹੈ, ਯੂਜ਼ਸ ਨਹੀਂ, ਡਰੋਬੈਕਸ, ਨੈਗੇਟਿਵ ਤੇ ਲੂਜ਼ਸ. ਉਹਨੇ ਡਰੋਬੈਕ ਦਾ ਮਤਲਬ ਪੁੱਛਿਆ. ਡਰੋਬੈਕ ਦਾ ਮਤਲਬ ਕੀ ਹੁੰਦਾ ਹੈ? ਸੌਰੀ, ਡਿਸਐਡਵਾਂਟੇਜ ਦਾ ਮਤਲਬ ਕੀ ਹੁੰਦਾ ਹੈ? ਉਹਦੇ ਡਰੋਬੈਕ ਦੱਸਣੇ, ਉਹਦੇ ਨੈਗੇਟਿਵ ਪੁਆਇੰਟ ਦੱਸਣੇ ਆ, ਉਹਦੇ ਲੂਜ਼ਸ ਦੱਸਣੇ ਆ, ਉਹਦੇ ਪਲੱਸ ਪੁਆਇੰਟ ਨਹੀਂ ਗੱਲ ਕਰਨੀ. ਇਸ ਕਰਕੇ ਡੀ ਰਾਈਟ ਆਂਸਰ. ਇਹ ਇੰਨਾ ਈਜ਼ੀ ਹੈ. ਇਹ ਪੇਪਰ ਓਰੀਐਂਟਡ ਬਣੇ ਹੋਏ ਨੇ ਬੇਟਾ, PYQ ਬੇਸ ਹੈ ਆ ਵਾਲਾ. ਜੇ ਆ ਤੁਸੀਂ ਹੁਣ ਕਰ ਪਾ ਰਹੇ ਹੋ, ਇਟ ਮੀਨਸ ਤੁਸੀਂ ਡੈਫੀਨੇਟਲੀ ਅੱਗੇ ਵੀ ਕਰ ਪਾਓਗੇ. In the final sentence of the passage, the author writes, this ensures that the wood is completely dry. ਆਪਾਂ ਲਾਈਨ ਪੜ੍ਹੀਏ. The purpose of this sentence is to show a contrast. Contrast ਦਾ ਮਤਲਬ ਹੁੰਦਾ ਦੂਸਰੀ opposite ਗੱਲ ਕਰਨਾ. ਨਹੀਂ. Provide an example ਦੀ ਗੱਲ ਨਹੀਂ ਕਰੀ. Give a reason ਜਾਂ ਫਿਰ introduce an idea. Give a reason. Ensures ਉਹਨੇ ਕਿਹਾ ਸੀ, the author writes, this ensures that the wood is completely dry. ਹਾਂ, ਉਹਨੇ ਆਈਡੀਆ ਨਹੀਂ ਇੰਟਰੋਡਿਊਸ ਕਰਿਆ ਸੀ, ਇੱਕ ਰੀਜ਼ਨ ਦੱਸਿਆ ਸੀ. ਐਸ ਰੀਜ਼ਨ ਜੇਕਰ ਤੁਸੀਂ ਚਾਹੁੰਦੇ ਹੋ ਤੁਹਾਡੀ ਲੱਕੜ ਵਾਧੂ ਦੇਰ ਤੱਕ ਬੱਲੇ, ਤਾਂ ਉਹਦਾ ਇੱਕ ਰੀਜ਼ਨ ਇਹ ਹੈ ਕਿ ਤੁਹਾਡੀ ਲੱਕੜ ਕੀ ਹੈ? ਸੁੱਕੀ ਹੋਣੀ ਚਾਹੀਦੀ, ਡਰਾਈ ਹੋਣੀ ਚਾਹੀਦੀ ਹੈ. C will be right answer. ਬਸ ਇਹੀ ਬੇਟਾ ਆਪਣੇ ਅੱਜ ਦਾ ਕੰਪਰੀਹੈਂਸ਼ਨ ਸੈਸ਼ਨ ਸੀ. ਠੀਕ ਹੈ, ਬਾਕੀ ਦੇਖ ਲੈਣਾ ਜੇਕਰ ਤੁਸੀਂ ਬੈਚ ਨੂੰ ਬਾਏ ਕਰਨਾ ਅਕੋਰਡਿੰਗ ਟੂ ਯਰ ਪ੍ਰੈਫਰੈਂਸ, ਡੈਫੀਨੇਟਲੀ ਬਾਏ ਕਰਨਾ. ਅੱਜ ਦਾ ਸੈਸ਼ਨ ਇੱਥੇ ਵਾਈਂਡ ਅਪ ਕਰਦੇ ਹਾਂ. ਆਈ ਹੋਪ ਕਿ ਤੁਹਾਨੂੰ ਸਾਰਿਆਂ ਨੂੰ ਸਮਝ ਲੱਗ ਗਈ ਹੋਵੇਗੀ. ਥੈਂਕ ਯੂ ਕਲਾਸ, ਹੈਵ ਅ ਗੁੱਡ ਡੇ.